ਬਠਿੰਡਾ ਟੂ ਬਰੈਂਪਟਨ ਵੇਖ ਰਿਹਾ ਸਾਰੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ। ਮੈਂ ਅਮਰਜੀਤ ਸਿੰਘ ਸੰਘਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਮੇਰੇ ਵੱਲੋਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਬਠਿੰਡਾ ਟੂ ਬਰੈਂਪਟਨ ਦੇ ਵਿੱਚ ਜੋ ਸਾਡੇ ਆਸੇ-ਪਾਸੇ ਵਾਪਰਦਾ ਹਮੇਸ਼ਾ ਉਹ ਜਿਹੀਆਂ ਗੱਲਾਂ ਕਰਦੇ ਹਾਂ, ਪਰ ਹੁਣ ਜਿਹੜਾ ਸਾਡੇ ਤੋਂ ਬਹੁਤ ਸਮਾਂ ਪਹਿਲਾਂ ਵਾਪਰਿਆ, ਆਪ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਇਆ 1 ਮਾਘ ਵਾਲੇ ਦਿਨ, ਅਤੇ 1 ਮਾਘ ਵਾਲਾ ਦਿਨ ਹੁਣ ਆ ਰਿਹਾ ਹੈ। ਅਤੇ ਜਿਹੜਾ ਨੀਂਹ ਪੱਥਰ ਦਿਵਸ ਹੈ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦਾ, ਉਹਦਾ ਦਿਹਾੜਾ ਮਨਾਉਣ ਦੇ ਵਾਸਤੇ ਗੱਲਾਂ ਚੱਲ ਰਹੀਆਂ ਨੇ, ਵਿਉਂਤਬੰਦੀਆਂ ਹੋ ਰਹੀਆਂ ਨੇ, ਪ੍ਰੋਗਰਾਮ ਉਲੀਕੇ ਗਏ ਨੇ। ਔਰ ਸਾਈਂ ਮੀਆਂ ਮੀਰ ਜੀ ਦਾ ਧੰਨਵਾਦ ਕਰਨ ਦੇ ਵਾਸਤੇ ਉਹਨਾਂ ਦੇ ਜੋ ਉਹਨਾਂ ਨੇ ਸਿੱਖੀਜ਼ਮ ਨੂੰ ਦਿੱਤਾ ਆ, ਉਹਦਾ ਸ਼ੁਕਰੀਆ ਕਰਨ ਦੇ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਆਪਣੇ ਆਪਣੇ ਵੱਲੋਂ ਪ੍ਰੋਗਰਾਮ ਉਲੀਕਦੀਆਂ ਨੇ। ਸਾਡੀ ਅੱਜ ਖੁਸ਼ਕਿਸਮਤੀ ਹੈ ਕਿ ਅਸੀਂ 20ਵੇਂ ਸਾਈਂ ਮੀਆਂ ਮੀਰ ਜੀ, ਮਤਲਬ ਸਾਈਂ ਮੀਆਂ ਮੀਰ ਜੀ ਦੇ 20ਵੇਂ ਗੱਦੀ ਨਸ਼ੀਨ ਸਾਈਂ ਅਲੀ ਰਜ਼ਾ ਕਾਦਰੀ ਜੀ ਨਾਲ ਸਾਨੂੰ ਅੱਜ ਮਿਲਣ ਦਾ ਮੌਕਾ ਮਿਲ ਰਿਹਾ। ਸਭ ਤੋਂ ਪਹਿਲਾਂ ਸਾਈਂ ਜੀ ਆਪ ਜੀ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ ਜੀ ਆਪ ਜੀ ਦੇ? जी मालिक का करम जी, आप जी का बहुत मेहरबानी है। आपने अपने कीमती वक्त के अंदरों और अपने प्रोग्राम दे राही दर्शकों तक साईं जी दे इस पैगाम ਨੂੰ ਪਹੁੰਚਾਉਣ ਦਾ ਉਪਰਾਲਾ ਕੀਤਾ। ਰੱਬ ਆਪ ਦੀ ਇਸ ਕੋਸ਼ਿਸ਼ ਨੂੰ ਕਬੂਲ ਫਰਮਾਏ। ਅਸੀਂ ਜੀ ਖੁਸ਼ਕਿਸਮਤ ਹਾਂ ਕਿ ਸਾਨੂੰ ਆਪ ਜੀ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ। ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਕਿ ਆਪ ਜੀ 20ਵੇਂ ਸਾਈਂ ਮੀਆਂ ਮੀਰ ਜੀ ਹੋ, ਕਿਉਂਕਿ ਉਹਨਾਂ ਦੀ ਗੱਦੀ 'ਤੇ ਬੈਠੇ ਹੋ। ਔਰ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਅਸੀਂ ਆਪ ਜੀ ਦੇ ਰੂਬਰੂ ਹਾਂ ਅੱਜ। ਔਰ ਸਾਈਂ ਜੀ ਦੇ ਬਾਰੇ ਆਪਾਂ ਤੁਸੀਂ ਮੈਨੂੰ ਸ਼ੋਰ ਹੈ ਕਿ ਆਪ ਚਾਨਣਾ ਪਾਓਗੇ ਕਿ ਬਈ ਸਾਈਂ ਮੀਆਂ ਮੀਰ ਜੀ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਨੇਹਾ ਭੇਜਿਆ ਸਾਈਂ ਮੀਆਂ ਮੀਰ ਜੀ ਨੂੰ, ਅਤੇ ਉਸ ਵੇਲੇ ਦਾ ਦ੍ਰਿਸ਼ ਹੈ ਜਿਹੜਾ ਅਸੀਂ ਚਾਹੁੰਦੇ ਵੀ ਥੋੜ੍ਹਾ ਜਿਹਾ ਆਪਣੇ ਲਫ਼ਜ਼ਾਂ ਦੇ ਵਿੱਚ ਤੁਸੀਂ ਉਹਦਾ ਵਰਣਨ ਕਰੋ ਜੀ। ਜੀ ਸਭ ਤੋਂ ਪਹਿਲੇ ਤੇ ਮੈਂ ਤਮਾਮ ਸੁਣਨ ਵਾਲੇ ਔਰ ਦੇਖਣ ਵਾਲਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਜਿੱਥੋਂ ਸਾਈਂ ਮੀਆਂ ਮੀਰ ਜੀ ਦਾ ਨਾਮ ਆਉਂਦਾ ਹੈ ਇਤਿਹਾਸ ਦੇ ਅੰਦਰ, ਤੇ ਨਾਮ ਹੀ ਨਾਲ ਹੀ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਨਾਮ ਆਉਂਦਾ ਹੈ। ਜੀ ਮਗਰ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਬਾਰੇ 'ਚ ਜਿਹੜੀ ਡਿਸਕਸ਼ਨ, ਜਿਹੜਾ ਪਿਆਰ ਮੁਹੱਬਤ ਸ਼ੁਰੂ ਹੋਇਆ ਸੀ, ਉਹ ਗੁਰੂ ਰਾਮਦਾਸ ਜੀ ਮਹਾਰਾਜ ਦੇ ਦੌਰ ਤੋਂ ਸ਼ੁਰੂ ਹੋਇਆ ਸੀ, ਜੀ ਜਿੱਥੇ ਆਪ ਜੀ ਨੇ ਇੱਕ ਪਾਵਨ ਪਵਿੱਤਰ ਸ਼ਹਿਰ ਨੂੰ ਆਬਾਦ ਕੀਤਾ ਸਿਰਫ ਇਸ ਮਕਸਦ ਵਾਸਤੇ ਕਿ ਇੱਥੇ ਮੈਂ ਰੱਬ ਦਾ ਘਰ ਬਣਾਵਾਂਗਾ। ਜੀ ਔਰ ਜਿੱਧਰ ਆਪ ਜੀ ਨੇ ਤਮਾਮ ਤਰ ਸੇਵਾਵਾਂ ਕੀਤੀਆਂ ਔਰ ਬਹੁਤ ਸਾਰੇ ਮਾਮਲਾਤ ਕੀਤੇ, ਉਹਦੇ ਨਾਲ ਨਾਲ ਹੀ ਆਪ ਨੇ ਆਪਣੇ ਹੁੰਦੇ ਹੋਏ ਆਪਣੀ ਮੌਜੂਦਗੀ 'ਚ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਿਆਈ ਦੀ ਗੱਦੀ ਅਤਾ ਫਰਮਾਈ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਅੱਛੇ, ਬਹੁਤ ਪਿਆਰ ਨਾਲ, ਬਹੁਤ ਹੀ ਬਿਹਤਰੀਨ ਇਲਾਹੀ ਤਰੀਕੇ ਦੇ ਨਾਲ ਉਹਨਾਂ ਨੇ ਇਹ ਪਿਆਰਾ ਦਿਨ, ਇਹ ਪਿਆਰਾ ਸਮਾਂ ਜਿਹੜਾ ਸੀ ਉਹ ਲਿਖਿਆ ਕਿ 1 ਮਾਘ 14 ਜਨਵਰੀ ਜਦੋਂ ਜਿਹੜੀ ਆ ਰਹੀ ਹੈ, ਉਸ ਦਿਨ ਆਪ ਜੀ ਨੇ ਸਾਈਂ ਜੀ ਨੂੰ ਇਹ ਮਾਣ ਦਿੱਤਾ, ਇਹ ਸਾਈਂ ਜੀ ਨੂੰ ਇਹ ਮੁਕਾਮ ਦਿੱਤਾ ਕਿ ਆਪ ਨੇ ਉਹ ਰੱਬ ਦੇ ਉਸ ਘਰ ਦਾ ਨੀਂਹ ਪੱਥਰ ਰੱਖਿਆ, ਔਰ ਜਿਹਦੀ ਖੁਸ਼ੀਆਂ ਅੱਜ ਤੱਕ ਸਾਈਂ ਜੀ ਦੀ ਸੰਗਤ ਵੀ ਮਨਾਉਂਦੀ ਹੈ, ਸਾਈਂ ਜੀ ਦੇ ਦਰਬਾਰ ਤੋਂ ਵੀ ਮਨਾਇਆ ਜਾਂਦਾ ਹੈ। ਔਰ ਉਹ ਪਿਆਰਾ ਦਿਨ ਜਦੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ, ਉਦੋਂ ਗੁਰੂ ਜੀ ਮਹਾਰਾਜ ਨੇ ਆਪਣੀ ਖਾਸ ਸਵਾਰੀ ਵਾਲੀ ਪਾਲਕੀ ਦੇ ਕੇ ਕੌਤਰ ਸੌ ਦਾ ਜੱਥਾ ਨਾਲ ਭੇਜਿਆ, ਜਿਹੜਾ ਸਾਈਂ ਜੀ ਨੂੰ ਪੂਰੇ ਮਾਣ ਸਤਿਕਾਰ ਤੇ ਪਿਆਰ ਨਾਲ ਲੈ ਕੇ ਆਉਂਦਾ। ਆਪ ਜੀ ਨੇ ਸਾਈਂ ਮੀਆਂ ਮੀਰ ਜੀ, ਆਪ ਜੀ ਉੱਥੇ ਤਸ਼ਰੀਫ ਲੈ ਗਏ ਔਰ ਆਪ ਦੇ ਨਾਲ ਆਪ ਦੇ ਮਲੰਗ ਦਰਵੇਸ਼ ਫਕੀਰ ਜਿਹੜੇ ਜਲੀਆਂ ਪਾਉਂਦੇ ਰਹਿੰਦੇ ਸਨ, ਉਹ ਵੀ ਖੁਸ਼ੀਆਂ ਮਨਾਉਂਦੇ ਹੋਏ ਸਾਈਂ ਜੀ ਦੇ ਨਾਲ ਟੁਰ ਪਏ। ਔਰ ਸਾਈਂ ਮੀਆਂ ਮੀਰ ਜੀ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ। ਉਹ ਨੀਂਹ ਪੱਥਰ ਜਿਹੜਾ ਅੱਜ ਵੀ ਸਾਡੇ ਦਿਲਾਂ ਦੇ ਅੰਦਰ, ਜਿਹਦਾ ਮਾਣ ਅੱਜ ਵੀ ਸਾਡੇ ਕੋਲ ਕਾਇਮ ਹੈ ਕਿ ਮੇਰੇ ਸਾਈਆਂ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ। ਔਰ ਉਹਦਾ ਕਰਕੇ ਹੀ ਮੈਂ ਅੱਜ ਆਪ ਜੀ ਦੇ ਪ੍ਰੋਗਰਾਮ ਦੇ ਰਾਹੀਂ ਤਮਾਮ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤਮਾਮ ਸੰਗਤ ਇਸ ਦਿਨ ਨੂੰ ਨਾ ਭੁੱਲਣ। ਇਹ ਉਹ ਦਿਨ ਸੀ ਜਦੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਅੱਜ
ਸਾਨੂੰ ਫਿਰ ਲੋੜ ਹੈ ਉਸ ਯਾਦ ਨੂੰ ਤਾਜ਼ਾ ਕਰਨ ਦੀ, ਜਿੱਥੇ ਹਰ ਕੋਈ ਆਪਣੇ-ਆਪਣੇ ਡੇਰਿਆਂ ਦਾ, ਆਪਣੀ-ਆਪਣੀ ਆਰਗਨਾਈਜੇਸ਼ਨਸ ਦਾ, ਆਪਣੇ-ਆਪਣੇ ਸਥਾਨਾਂ ਦਾ, ਆਪਣੀ-ਆਪਣੀ ਜਗ੍ਹਾਵਾਂ ਦੇ ਨੀਂਹ ਪੱਥਰ ਦਿਵਸ ਮਨਾਉਂਦੇ ਨੇ, ਹੂੰ ਹੂੰ ਉੱਥੇ ਰੱਬ ਦਾ ਘਰ ਸ਼੍ਰੀ ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਕੋਈ ਮਾਮੂਲੀ ਗੱਲ ਨਹੀਂ ਸੀ। ਇਸ ਦਿਨ ਨੂੰ ਵੀ ਅਸੀਂ ਮਨਾਇਆ ਕਰੀਏ ਔਰ ਜੀ ਸੰਗਤ ਨੂੰ ਇਹ ਰਿਕੁਐਸਟ ਕਰਨ ਜੀ ਮੈਂ ਅੱਜ ਤੁਹਾਡੇ ਪ੍ਰੋਗਰਾਮ 'ਚ ਆਇਆ ਹਾਂ, ਜਿਹੜੀ ਆਪ ਜੀ ਦੇ ਰਾਹੀਂ ਨਾ ਸਭ ਤੱਕ ਪਹੁੰਚੇ। ਔਰ ਸਾਈਂ ਜੀ ਆਪ ਜੀ 20ਵੇਂ ਸਾਈਂ ਮੀਆਂ ਮੀਰ ਜੀ ਹੋ, 20ਵੇਂ ਗੱਦੀ ਨਸ਼ੀਨ ਹੋ ਉਹਨਾਂ ਦੇ। ਇਹ ਥੋੜ੍ਹਾ ਜਿਹਾ ਵੈਸੇ ਤੇ ਅਸੀਂ ਆਪ ਜੀ ਨੂੰ ਪੁੱਛਣ ਦੇ ਕਾਬਿਲ ਨਹੀਂ ਆ, ਪਰ ਫਿਰ ਵੀ ਸਾਡੀਆਂ ਸੰਗਤਾਂ ਸ਼ਾਇਦ ਜਾਣਨਾ ਚਾਹੁੰਦੀਆਂ ਹੋਣਗੀਆਂ ਵੀ ਜਿਹੜੀ ਗੱਦੀ ਹੈ ਸਾਈਂ ਮੀਆਂ ਮੀਰ ਜੀ ਦੀ, ਇਹ ਕਿਵੇਂ ਚੱਲੀ ਹੈ, ਕਿਵੇਂ ਇੱਕ ਤੋਂ ਅਗਲੇ ਨੂੰ ਜਾਂਦੀ ਹੈ ਜੀ? ਜੀ ਸਭ ਤੋਂ ਪਹਿਲੇ ਤੇ ਮੈਂ ਇਹ ਚੀਜ਼ ਦੱਸ ਦੇਵਾਂ ਕਿ ਜਦੋਂ ਸਾਈਂ ਜੀ ਦਾ ਆਪ ਜੀ ਅਕਾਲ ਚਲਾਣਾ ਕਰ ਗਏ ਤੇ ਜੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਆਪ ਦੀ ਫਿਊਨਰਲ ਦੀ ਤਮਾਮ ਤਰ ਤਿਆਰੀ ਕੀਤੀ ਔਰ ਆਪ ਜੀ ਨੂੰ ਉਸ ਮੁਕਾਮ ਤੇ ਲੈ ਕੇ ਆਏ ਹੂੰ ਜਿਹੜਾ ਸਾਈਂ ਜੀ ਨੇ ਪਹਿਲੇ ਤੋਂ ਹੀ ਦੱਸਿਆ ਸੀ। ਉੱਥੇ ਸਾਈਂ ਜੀ ਦੇ ਨੂੰ ਦਫਨਾਇਆ ਗਿਆ ਔਰ ਉੱਥੇ ਉਸ ਜਗ੍ਹਾ 'ਚ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਸੰਗਤ ਦੀ ਸੇਵਾ ਵਾਸਤੇ ਹੂੰ ਸਾਈਂ ਜੀ ਦੇ ਦਰ ਤੇ ਆਉਣ ਵਾਲੇ ਮਹਿਮਾਨਾਂ ਵਾਸਤੇ ਇੱਕ ਖੂਹ ਪੁਟਾਇਆ, ਜਿਹਦੀ ਨਿਸ਼ਾਨੀਆਂ ਅੱਜ ਵੀ ਮੌਜੂਦ ਨੇ। ਜੀ ਔਰ ਉਸ ਤੋਂ ਬਾਅਦ ਕਿਉਂਕਿ ਸਾਈਂ ਜੀ ਦੀ ਸ਼ਾਦੀ ਨਹੀਂ ਹੋਈ ਸੀ, ਹੂੰ ਆਪ ਜੀ ਦੀ ਕੋਈ ਔਲਾਦ ਨਹੀਂ ਸੀ, ਉਸ ਤੋਂ ਬਾਅਦ ਆਪ ਦੇ ਖਲੀਫਾ ख्वाजा अबू सईद फतेहुल्लाह मासूम ਨੂੰ ਆਪ ਦੀ ਗੱਦੀ 'ਚ ਬਿਠਾਇਆ ਗਿਆ, ਹੂੰ ਜਿਹੜੇ ਸਾਡੇ ਵੱਡੇ ਸਨ। ਤੇ ਜੀ ਇਹ ਗੱਦੀ ਬਿਲਕੁਲ ਉਸੇ ਤਰ੍ਹਾਂ ਹੀ ਚੱਲਦੀ ਹੈ ਜਿਸ ਤਰ੍ਹਾਂ ਜੀ ਗੁਰਗੱਦੀ ਚੱਲਦੀ ਹੈ। ਜੀ ਜਿਹੜਾ ਇਸ ਦੇ ਅਹਿਲ ਹੁੰਦਾ ਹੈ, ਜਿਹੜਾ ਇਸ ਦੇ ਕਾਬਿਲ ਹੁੰਦਾ ਹੈ, ਉਹਨੂੰ ਹੀ ਬਿਠਾਇਆ ਜਾਂਦਾ ਹੈ ਜੀ। ਔਰ ਜੀ ਕਿਉਂਕਿ ਬਹੁਤ ਵੱਡੀਆਂ ਗੱਲਾਂ ਨੇ, ਸਾਡੀ ਸੋਚ ਤੋਂ ਉੱਪਰ ਦੀਆਂ ਗੱਲਾਂ ਨੇ, ਪਰ ਫਿਰ ਵੀ ਸਾਈਂ ਜੀ ਜਦੋਂ ਕਦੇ ਹੁਣ ਗੱਲ ਚੱਲਦੀ ਨਾ, ਬਹੁਤ ਥੋੜ੍ਹੇ ਲੋਕ ਨੇ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਕਦੇ ਮਿਲਣ ਦਾ ਮੌਕਾ ਮਿਲਦਾ। ਭੇਖੀ ਇੰਨੇ ਜ਼ਿਆਦਾ ਹੋ ਗਏ, ਲੋਕ ਡਰਦੇ ਨੇ ਅੱਜ ਕੱਲ੍ਹ, ਕਦੇ ਕਿਸੇ ਰੱਬ ਦੇ ਪਿਆਰੇ ਬੰਦੇ ਨੂੰ ਸੋਚਦੇ ਨੇ ਕਿਤੇ ਭੇਖੀ ਨਾ ਹੋਵੇ। ਸੱਚ ਹੈ ਜੀ, ਮਗਰ ਇਹਦੀ ਮਿਸਾਲ ਮੈਂ ਬਿਲਕੁਲ ਇਸ ਤਰ੍ਹਾਂ ਦੇਣਾ ਚਾਹਾਂਗਾ ਜੀ ਕਿ ਜਿੱਧਰ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਜੀ ਇਹ ਕਿ ਕਿਤੇ ਭੁਲੇਖਾ ਨਾ ਹੋ ਜਾਏ, ਕਿਤੇ ਕਿਸੇ ਗਲਤ ਬੰਦੇ ਨੂੰ ਨਾ ਮਿਲ ਜਾਈਏ, ਜੀ ਮਗਰ ਇਹਦੀ ਮਿਸਾਲ ਇਸੇ ਤਰ੍ਹਾਂ ਹੀ ਹੈ ਹੂੰ ਜਿਸ ਤਰ੍ਹਾਂ ਤੁਹਾਡੇ ਹੱਥ 'ਚ ਇੱਕ ਨੋਟ ਆਉਂਦਾ ਹੈ ਜੀ, ਜੀ ਉਸ ਨੋਟ ਦੀ ਵੈਲਿਊ ਨੂੰ ਤੁਸੀਂ ਹੱਥ 'ਚ ਫੜ ਕੇ ਹੀ ਮਹਿਸੂਸ ਕਰ ਸਕਦੇ ਹੋ। ਹੂੰ ਤੇ ਮਗਰ ਜੈਲੀ ਨੋਟ ਵੀ ਉਸ ਕਰਕੇ ਹੀ ਮੌਜੂਦ ਨੇ ਕਿ ਅਸਲ ਨੋਟ ਜਿਹੜੇ ਨੇ ਉਹ ਚੱਲਦੇ ਐਗਜ਼ਿਸਟ ਕਰਦੇ ਨੇ, ਜੀ ਅਸਲ ਨੋਟ ਚੱਲਦੇ ਨੇ, ਇਹ ਸਾਰੇ ਮਾਮਲਾਤ ਹੁੰਦੇ ਨੇ। ਤੇ ਜਿੱਥੋਂ ਤੀਕਰ ਸਾਈਂ ਜੀ ਦਾ ਦਰਬਾਰ ਦਾ ਤਾਲੁਕ ਹੈ, ਸਾਈਂ ਜੀ ਦੇ ਮਾਮਲਾਤ ਨੇ, ਜੀ ਦਰਬਾਰ ਸਾਈਂ ਮੀਆਂ ਮੀਰ ਸਾਹਿਬ ਤੋਂ ਮੇਰੇ ਤੋਂ ਪਹਿਲੇ ਜਿਹੜੀ ਆਵਾਜ਼ ਗੂੰਜਦੀ ਸੀ ਉਹ ਸਾਈਂ ਚੰਦ ਪੀਰ ਕਾਦਰੀ ਸੀ ਜੀ ਦੀ ਸੀ, ਜੀ ਜਿਹੜੇ ਮੇਰੇ ਪਿਤਾ ਜੀ ਸਨ। ਜੀ ਉਸ ਤੋਂ ਪਹਿਲੇ ਪੀਰ ਸੈयद ਅਸਗਰ ਅਲੀ ਸ਼ਾਹ ਸਾਹਿਬ ਜਿਹੜੇ ਮੇਰੇ ਦਾਦਾ ਜੀ ਸਨ। ਜੀ ਉਸ ਤੋਂ ਪਹਿਲੇ ਪੀਰ ਸੈयद ਅਨਾਇਤ ਅਲੀ ਸ਼ਾਹ ਸਾਹਿਬ ਜਿਹੜੇ ਮੇਰੇ ਪੜਦਾਦਾ ਜੀ ਸਨ। ਜੀ ਦਰਬਾਰ ਸ਼ਰੀਫ ਦੇ ਅੰਦਰ ਕਿਉਂਕਿ ਦਰਬਾਰ ਜਿਹੜਾ ਹੈ ਸਾਡਾ, ਜਿਸ ਤਰ੍ਹਾਂ ਤਮਾਮ ਤਰ ਗੁਰਧਾਮ, ਬਲਕਿ ਹਲੇ ਇਸ ਤੋਂ ਪਹਿਲੇ ਮੇਰੀ ਗੱਲ ਚੱਲ ਰਹੀ ਸੀ ਜੀ SGPC ਦੇ ਕੁਝ ਮੈਂਬਰ ਸਨ ਐਗਜ਼ੀਕਟਿਵ ਕਮੇਟੀ ਦੇ, ਜਿਸ ਜੀ ਤਰ੍ਹਾਂ ਹੁਣ ਹਰਮੰਦਰ ਸਾਹਿਬ ਜਿਹੜਾ ਹੈ ਉਹ SGPC ਦੇ ਜੀ ਜੀ ਉੱਥੇ ਬਿਲਕੁਲ ਉੱਥੇ ਮੈਂਬਰ ਕਰਦੇ ਨੇ। ਇਸੇ ਤਰ੍ਹਾਂ ਸਾਡਾ ਦਰਬਾਰ ਵੀ ਜਿਹੜਾ ਹੈ ਹੂੰ ਉਹ ਔਕਾਫ ਬੋਰਡ ਦੇ ਅੰਡਰ ਹੈ। ਮਗਰ ਇਹਦਾ ਤਾਲੁਕ ਇਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਕਿ ਹੂੰ ਜਿਹੜੀਆਂ ਸੇਵਾਵਾਂ, ਹੂੰ ਜਿਹੜੀਆਂ ਬਖਸ਼ਿਸ਼ਾਂ, ਜਿਹੜੇ ਤੋਹਫੇ ਹੂੰ ਸਾਈਂ ਮੀਆਂ ਮੀਰ ਜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਮਿਲੇ ਸਨ, ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਲੱਗੇ, ਹੂੰ ਉਹ ਨਸਲ ਦਰ ਨਸਲ, ਵਿਰਾਸਤ ਦਰ ਵਿਰਾਸਤ ਫਕੀਰ ਦੇ ਕੋਲ ਮੌਜੂਦ ਨੇ, ਹੂੰ ਔਰ ਜੀ ਜਿਹਦੇ ਦਰਸ਼ਨ ਪੂਰੀ ਸੰਗਤ ਜਦੋਂ ਚਾਹੇ ਕਰ ਸਕਦੀ ਹੈ। ਜੀ ਬਿਲਕੁਲ ਜੀ, ਅਸੀਂ ਇਸ ਗੱਲ ਦੇ ਪੂਰੇ ਗਵਾਹ ਹਾਂ ਕਿ ਮੈਨੂੰ ਖੁਦ ਉਹ ਦਰਸ਼ਨ ਕਰਨ ਦਾ ਮੌਕਾ ਦਿੱਤਾ ਸਾਈਂ ਜੀ ਨੇ। ਲਾਹੌਰ ਦੇ ਵਿੱਚ ਆਪ ਜੀ ਦੇ ਗ੍ਰਹਿ ਵਿਖੇ ਉਹਦੇ ਦਰਸ਼ਨ ਦਾਸ ਨੇ ਵੀ ਕੀਤੇ ਸਨ। ਔਰ ਜਿਹੜਾ ਦਰਬਾਰ ਹੈ ਸਾਈਂ ਮੀਆਂ ਮੀਰ ਜੀ ਦਾ, ਜਿੱਥੇ ਉਹਨਾਂ ਦੀ ਕਬਰ ਹੈ, ਉਹਦਾ ਵੈਸੇ ਬਾਕੀ ਦਰਬਾਰਾਂ ਦੇ ਨਾਲੋਂ ਵੱਖਰਾ ਹੈ ਦਿੱਖ ਵੀ ਸਾਈਂ ਜੀ। ਇਹੀ ਵਜ੍ਹਾ ਹੈ ਕਿ ਉਹਦੀ ਥੋੜ੍ਹੀ ਜਿਹੀ ਦਿੱਖ ਹੈ ਜਿਹੜੀ ਬਹੁਤ ਸਾਰੇ ਜਿਹੜੇ ਸਿੱਖ ਗੁਰਦੁਆਰੇ ਨੇ ਉਸ ਹਿਸਾਬ ਦੀ ਬਣੀ ਹੋਈ ਹੈ, ਸ਼ਾਇਦ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਉਹਦੀ ਸੇਵਾ ਕਰਵਾਈ ਸੀ ਜਿਸ ਵੇਲੇ ਇਹ ਹੋਂਦ ਦੇ ਵਿੱਚ ਆਇਆ। जी आप कभी तशरीफ लियाओ जी दरबार शरीफ ते ਜਿਹੜੀ ਵੀ ਸੰਗਤ ਤਸ਼ਰੀਫ ਲਿਆਏਗੀ ਉਹ ਦੇਖੇਗੀ ਕਿ ਦਰਬਾਰ ਸਾਈਂ ਮੀਆਂ ਮੀਰ ਇੱਕ ਬਹੁਤ
ਬਹੁਤ ਵੱਡੀ ਪ੍ਰੈਮਿਸਿਸ ਦੇ ਅੰਦਰ ਮੌਜੂਦ ਹੈ ਜੀ ਸਾਈਂ ਜੀ ਦਾ ਦਰਬਾਰ, ਸਾਈਂ ਜੀ ਦਾ ਸਥਾਨ। ਹੂੰ ਸਾਈਂ ਜੀ ਦਾ ਸਥਾਨ ਬਿਲਕੁਲ ਹੀ ਹਰਿਮੰਦਰ ਸਾਹਿਬ ਦੀ ਤਰ੍ਹਾਂ ਬਿਲਕੁਲ ਸੈਂਟਰ 'ਚ ਬਣਾਇਆ ਗਿਆ ਜੀ। ਹੂੰ ਜੀ ਜੀ ਔਰ ਬਿਲਕੁਲ ਇਹ ਸੈਂਟਰ ਉਹ ਹੈ ਕਿ ਆਪ ਚਾਰੋਂ ਦਿਸ਼ਾਵਾਂ ਤੋਂ ਦਰਬਾਰ ਸ਼ਰੀਫ ਦੇ ਅੰਦਰ ਆ ਸਕਦੇ ਹੋ। ਉਹ ਹੂੰ ਦਰਬਾਰ ਸ਼ਰੀਫ ਸਦਾ ਹੀ ਖੁੱਲਿਆ ਰਹਿੰਦਾ ਹੈ ਔਰ ਅੱਜ ਵੀ ਉਹ ਉਸੇ ਅੰਦਾਜ਼ ਨਾਲ ਸਾਈਂ ਜੀ ਆਪਣੇ ਪਰਮ ਮਿੱਤਰ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਸਿੰਘਾਂ ਦੀ ਅੱਜ ਵੀ ਉਡੀਕ ਕਰਦੇ ਨੇ ਕਿ ਉਹ ਆਉਣ ਔਰ ਆਪਣੇ ਹਿੱਸੇ ਦਾ ਪਿਆਰ ਲੈ ਕੇ ਜਾਣ। ਜੀ ਦੱਸ ਦਈਏ ਅਸੀਂ ਸਾਈਂ ਅਲੀ ਰਜ਼ਾ ਗਿਲਾਨੀ ਕਾਦਰੀ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਜਿਹੜੇ 20ਵੇਂ ਗੱਦੀ ਨਸ਼ੀਨ ਨੇ ਸਾਈਂ ਮੀਆਂ ਮੀਰ ਜੀ ਦੇ। ਔਰ ਮੈਂ ਸਮਝਦਾ ਕਿ 20ਵੇਂ ਸਾਈਂ ਮੀਆਂ ਮੀਰ ਜੀ ਨੇ ਜਿਹੜਾ ਗੱਦੀ ਨਸ਼ੀਨ ਹੁੰਦਾ ਹੈ ਉਹਦੇ ਵਿੱਚ ਅੰਤਰ ਕੋਈ ਨਹੀਂ ਹੁੰਦਾ, ਬਸ ਸਰੀਰਾਂ ਦਾ ਫਰਕ ਪੈਂਦਾ ਆ। ਆਤਮਾ ਜਿਹੜੀ ਹੈ, ਜੋਤ ਜਿਹੜੀ ਹੈ, ਉਹ ਉਵੇਂ ਜਗਦੀ ਰਹਿੰਦੀ ਹੈ ਜਿਵੇਂ ਪਹਿਲਿਆਂ ਦੇ ਵਿੱਚ ਹੁੰਦੀ ਹੈ। ਕਿਉਂ ਸਾਈਂ ਜੀ? ਜੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਕੱਲ੍ਹ ਸਰਪ੍ਰਾਈਜ਼ਲੀ ਜੀ ਮੈਂ ਸੰਗਤ 'ਚ ਬੈਠਾ ਸਾਂ ਤਾਂ ਜਿੱਥੇ ਮੈਂ ਬੈਠ ਰਹਾ ਸੰਗਤ ਦੇ ਅੰਦਰ ਮੇਰੇ ਸਥਾਨ ਦੇ ਉੱਤੇ ਬਿਲਕੁਲ ਐਗਜ਼ੈਕਟਲੀ ਉੱਤੇ ਮੇਰੇ ਫਾਦਰ ਸਾਈਂ ਚੰਦ ਪੀਰ ਕਾਦਰੀ ਜੀ ਦੀ ਤਸਵੀਰ ਲੱਗੀ ਹੁੰਦੀ ਹੈ। ਬਹੁਤ ਵੱਡੀ ਤਸਵੀਰ ਹੈ, ਹੱਥ ਨਾਲ ਬਣੀ। ਜੀ ਤੇ ਇੱਕ ਸਾਹਿਬ ਆਏ, ਉਹ ਫੋਟੋਗ੍ਰਾਫਰ ਸਨ, ਉਹ ਤਸਵੀਰਾਂ ਲੈ ਰਹੇ ਸਨ ਤੇ ਉਹ ਤਸਵੀਰ ਲੈ ਮੈਨੂੰ ਦਿਖਾ ਰਹੇ ਸਨ ਤੇ ਮੈਂ ਦੇਖਿਆ ਕਿ ਕੁਦਰਤੀ ਤੌਰ ਤੇ ਮੇਰੀ ਪੱਗ ਦਾ ਇੱਕ-ਇੱਕ ਪੇਚ ਉਹਨਾਂ ਦੇ ਨਾਲ ਮਿਲਦਾ ਸੀ। ਮੇਰਾ ਹੂੰ ਮੁਹਾਂਦਰਾ ਉਹਨਾਂ ਦੇ ਨਾਲ ਮਿਲਦਾ ਸੀ ਤੇ ਉਹਨੇ ਦੇਖ ਕੇ ਕਿਹਾ ਕਿ ਸਾਈਂ ਜੀ ਜਦੋਂ ਤੁਹਾਡੇ ਵੀ ਸਾਰੇ ਵਾਲ ਚਿੱਟੇ ਹੋ ਜਾਣਗੇ, ਹੂੰ ਤੁਸੀਂ ਵੀ ਆਪਣੇ ਵੱਡੇ ਸਾਈਆਂ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਹੋ ਜਾਓਗੇ। ਦੇਖੋ ਜੀ, ਜਦੋਂ ਕੁਦਰਤ ਦਾ ਅਸੂਲ ਹੈ, ਨਿਯਮ ਹੈ, ਜਿਹੜਾ ਜਿਹਨੂੰ ਪਿਆਰ ਕਰਦਾ ਹੈ ਉਹਦਾ ਮੁਹਾਂਦਰਾ ਉਹਦੇ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ। ਹੂੰ ਹੂੰ ਮੈਡੀਕਲ ਸਾਇੰਸ ਵੀ ਇਹ ਚੀਜ਼ ਦੀ ਗਵਾਹ ਹੈ ਕਿ ਹਸਬੈਂਡ ਐਂਡ ਵਾਈਫ ਅਗਰ ਇਹਨਾਂ ਦੇ ਅੰਦਰ ਜ਼ਿਆਦਾ ਪਿਆਰ ਹੋਏ ਤੇ ਆਪਸ 'ਚ ਇੱਕ ਦੂਜੇ ਨਾਲ ਸ਼ਕਲਾਂ ਮਿਲਣੀਆਂ ਸ਼ੁਰੂ ਕਰ ਦਿੰਦੀਆਂ ਨੇ। ਤੇ ਅਸੀਂ ਤੇ ਫਿਰ ਵੀ ਜੀ ਜੀ ਸਾਈਂ ਮੀਆਂ ਮੀਰ ਸਾਹਿਬ ਦੇ ਝਾੜੂ ਬਰਦਾਰ ਹਾਂ। ਆਪ ਜੀ ਦੀ ਸੇਵਾ ਕਰੀਦੀ ਹੈ ਔਰ ਆਪ ਜੀ ਦੀ ਆਵਾਜ਼ ਨੂੰ ਸੰਗਤ ਤੀਕਰ ਪਹੁੰਚਾਈਦਾ ਹੈ ਔਰ ਸਾਈਂ ਮੀਆਂ ਮੀਰ ਜੀ ਨੇ ਸਾਨੂੰ ਇਹ ਮਾਣ ਅਤਾ ਕੀਤਾ ਕਿ ਅਸੀਂ ਉਹਨਾਂ ਦੇ ਦਰ ਦੀ ਸੇਵਾ ਕਰ ਸਕੀਏ। ਜੀ ਸਾਡੀ ਗੱਲਬਾਤ ਚੱਲ ਰਹੀ ਹੈ ਸਾਈਂ ਅਲੀ ਰਜ਼ਾ ਕਾਦਰੀ ਜੀ ਦੇ ਨਾਲ। ਗੱਲਬਾਤ ਨੂੰ ਚੱਲਦਾ ਰੱਖਾਂਗੇ, ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਜਾਇਓ ਨਾ ਕਿਤੇ। ਬਠਿੰਡਾ ਟੂ ਬਰੈਂਪਟਨ ਤੁਸੀਂ ਵੇਖ ਰਹੇ ਹੋ। ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਸਾਡੀ ਗੱਲ ਹੈ ਜਿਹੜੀ ਉਹ ਪਸੰਦ ਆ ਰਹੀ ਹੋਣੀ ਆ। ਅਸੀਂ 20ਵੇਂ ਗੱਦੀ ਨਸ਼ੀਨ ਸਾਈਂ ਮੀਆਂ ਮੀਰ ਜੀ ਦੇ ਸਾਈਂ ਅਲੀ ਰਜ਼ਾ ਜੀ ਨਾਲ ਗੱਲਬਾਤ ਕਰ ਰਹੇ ਹਾਂ, ਜਿਹੜੇ ਲਾਹੌਰ ਤੋਂ ਸਾਡੇ ਨਾਲ ਜੁੜੇ ਹੋਏ ਨੇ। ਔਰ ਲਾਹੌਰ ਵੇਖੇ ਸਾਈਂ ਮੀਆਂ ਮੀਰ ਜੀ ਦਾ ਦਰਬਾਰ ਅਗਰ ਤੁਸੀਂ ਨਹੀਂ ਅਜੇ ਤੱਕ ਵੇਖਿਆ ਤਾਂ ਆਈ ਐਮ ਸ਼ੋਰ ਕਿ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ, ਵੇਖਣਾ ਚਾਹੀਦਾ, ਕਿਉਂਕਿ ਉਸ ਦਰਬਾਰ ਦੀ ਸੇਵਾ ਹੈ ਜਿਹੜੀ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਖੁਦ ਕਰਵਾਈ ਸੀ ਉਹਨਾਂ ਦੇ ਮੁਤਲਕ। ਔਰ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਆ ਰਿਹਾ 1 ਮਾਘ ਨੂੰ। 1 ਮਾਘ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਇਆ ਸੀ ਅਤੇ ਉਹਦੇ ਸੰਬੰਧ ਦੇ ਵਿੱਚ ਗੱਲਾਂ ਹੋ ਰਹੀਆਂ ਨੇ। ਆਨੰਦ ਆ ਰਿਹਾ। ਸਾਈਂ ਜੀ ਆਪ ਜੀ ਦੀ ਸੰਗਤ ਕਰਕੇ ਸਾਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਐਡੀਆਂ ਸ਼ਖਸੀਅਤਾਂ ਨਾਲ ਪਰਮਾਤਮਾ ਨੇ ਮਿਲਾਇਆ ਹੈ। ਜੀ ਮੈਂ ਆਪ ਜੀ ਦਾ ਸ਼ੁਕਰਗੁਜ਼ਾਰ ਹਾਂ, ਸਰਦਾਰ ਅਮਰਜੀਤ ਸਿੰਘ ਜੀ ਸੰਘਾ ਸਾਹਿਬ ਔਰ ਆਪ ਜੀ ਦੇ ਇਸ ਪ੍ਰੋਗਰਾਮ ਦਾ, ਬਠਿੰਡਾ ਟੂ ਬਰੈਂਪਟਨ, ਜਿਨ੍ਹਾਂ ਨੇ ਫਕੀਰ ਦੀ ਆਵਾਜ਼ ਦੇ ਉੱਤੇ ਫਕੀਰ ਵਾਸਤੇ ਆਪਣੇ ਪ੍ਰੋਗਰਾਮ ਦਾ ਪੈਟਰਨ ਵੀ ਮਜ਼ੀਦ ਨਿਖਾਰਿਆ ਔਰ ਫਕੀਰ ਨੂੰ ਇਹ ਟਾਈਮ ਦਿੱਤਾ। ਇਹਦੇ ਨਾਲ ਮੈਂ ਸ਼ੁਕਰਗੁਜ਼ਾਰ ਹਾਂ ਆਪ ਜੀ ਦੇ ਟੀਵੀ ਚੈਨਲ ਦਾ ਵੀ ਕਿ ਜਿਹਨੇ ਸਾਈਂ ਮੀਆਂ ਮੀਰ ਜੀ ਦੇ ਦਰਬਾਰ ਤੋਂ ਉੱਠਣ ਵਾਲੀ ਇਸ ਆਵਾਜ਼ ਨੂੰ ਸਾਰੀ ਸੰਗਤਾਂ ਤੀਕਰ ਪਹੁੰਚਾਇਆ ਜੀ। ਔਰ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਈਆਂ ਨੇ ਸਾਨੂੰ ਚੁਣਿਆ ਕਿ ਅਸੀਂ ਗੱਲ ਕਰ ਸਕੀਏ। ਨਹੀਂ ਤੇ ਜਿਵੇਂ ਕਹਿੰਦੇ ਨਾ, ਸਗਲੀ ਧਰਤੀ ਸਾਧ ਕੀ, ਸਾਰਾ ਕੁਝ ਤੇ ਸੰਤਾਂ ਦਾ, ਉਹਦੇ ਫਕੀਰਾਂ ਦਾ ਆ। ਅਸੀਂ ਤਾਂ ਬਸ ਗਿਣਤੀ ਦੇ ਵਿੱਚ ਆਉਂਦੇ ਨਹੀਂ, ਕਿਉਂਕਿ ਉਹ ਤੂੰ ਸੰਤਾਂ ਦਾ ਸੰਤ ਤੇਰੇ, ਰੱਬ ਤੁਹਾਡਾ ਆ, ਤੁਸੀਂ ਰੱਬ ਦੇ ਹੋ। ਜੀ ਫਕੀਰ ਨੂੰ ਇੱਕ ਮਾਣ ਹਾਸਿਲ ਹੈ ਕਿ ਫਕੀਰ ਦੀ ਤਰਬੀਅਤ, ਫਕੀਰ ਦਾ ਜਨਮ ਤੋਂ ਲੈ ਕੇ ਅੱਜ ਤੱਕ ਫਕੀਰ ਨੂੰ ਸਿਰਫ ਇਸੇ ਮਾਮਲਾਤ ਵਾਸਤੇ, ਸਾਈਂ ਜੀ ਦੀ ਸੇਵਾ ਵਾਸਤੇ ਹੀ ਤਿਆਰ ਕੀਤਾ ਗਿਆ। ਮੈਨੂੰ ਇਹ ਮਾਣ ਹਾਸਿਲ ਹੈ ਕਿ ਮੇਰੀ ਤਰਬੀਅਤ ਮੇਰੇ ਬਾਪ ਸਾਈਂ ਸੈयद चंद पीर कादरी ने अपने बेहतरीन कोशिशां और बेहतरीन प्यार और बेहतरीन अपनी रूहानी कुवत दे नाल कीती। मैं इत्थे सारी संगतां नूं और आप जी नूं ਇਹ ਦੱਸਣਾ ਚਾਹਾਂਗਾ ਕਿ ਮੇਰੀ ਤਰਬੀਅਤ ਹੀ, ਮੇਰੀ ਪਰਵਰਿਸ਼ ਹੀ ਮੈਨੂੰ ਵੱਡਾ ਹੀ ਸਿਰਫ ਇਸ ਕਰਕੇ ਕੀਤਾ ਗਿਆ ਸੀ ਕਿ ਮੈਂ ਸਾਈਂ ਮੀਆਂ ਮੀਰ ਜੀ ਦੀ ਸੇਵਾ ਕਰ ਸਕਾਂ ਔਰ ਉਹਨਾਂ ਦੇ ਨਾਮ ਨੂੰ ਅੱਗੇ ਲੈ ਕੇ ਚੱਲ ਸਕਾਂ। ਔਰ ਜੀ ਸਾਈਂ ਜੀ ਜਦੋਂ ਫਕੀਰ ਦੀ ਗੱਲ ਕਰਦੇ ਨੇ ਬਹੁਤ ਸਾਰੇ, ਕਿਉਂਕਿ ਆਪ ਜੀ ਤੇ ਖੁਦ ਹੋ ਨਾ, ਤੇ ਇੱਕ ਫਕੀਰ ਹੁੰਦਾ ਕੀ ਹੈ? ਅਗਰ ਉਹਨਾਂ ਨੂੰ ਵਰਣਨ ਕਰਨਾ ਹੋਵੇ ਥੋੜ੍ਹੇ ਜਿਹੇ ਲਫ਼ਜ਼ਾਂ 'ਚ, ਆਮ ਸ਼ੋਰ ਕਿ ਬਹੁਤ ਵੱਡੀ ਵਿਆਖਿਆ ਆ, ਪਰ
ਸਾਡੇ ਸੁਣਨ ਵਾਲਿਆਂ ਨੂੰ ਅਸੀਂ ਚਾਹੁੰਦੇ ਵੀ ਨਾਲ ਨਾਲ ਉਹਨੂੰ ਇਹ ਵੀ ਪਤਾ ਲੱਗੇ ਵੀ ਕਿਹੜੀਆਂ ਸ਼ਖਸੀਅਤਾਂ ਨਾਲ ਉਹ ਮਿਲ ਰਹੇ ਨੇ, ਕਿਹਦੇ ਨਾਲ ਗੱਲ ਹੋ ਰਹੀ ਹੈ। ਜੀ ਇੱਥੇ ਮਨ ਫਕੀਰ ਇਹ ਕਹਿੰਦੇ ਨੇ ਜੀ, ਉਹ ਦਰਿਆ ਨੂੰ ਜਿਹੜਾ ਹੈ ਨਾ ਜੀ ਇੱਕ ਪਿਆਲੀ ਦੇ ਅੰਦਰ ਕੈਦ ਕਰਦੇ ਹੋਏ ਇਹ ਦੱਸੇਗਾ ਕਿ ਫਕੀਰ ਕੀ ਹੈ। ਹੂੰ ਸਿੰਘ ਸਾਹਿਬ ਜੀ, ਫਕੀਰ ਜਿਹੜਾ ਹੈ ਉਹ ਬਹਿੰਦਾ ਦਰਿਆ ਹੁੰਦਾ ਹੈ, ਹੂੰ ਵਗਦਾ ਦਰਿਆ ਹੁੰਦਾ ਹੈ। ਜੀ ਫਕੀਰ ਵਗਦਾ ਦਰਿਆ ਹੈ, ਇਹਦੇ ਕੋਲ ਕਿਸੇ ਥਕੇ ਹਾਰੇ ਪਿਆਸੇ ਨੇ ਆਣਾ ਹੈ, ਹੂੰ ਉਹਨੇ अपनी प्यास बुझानी है, अपनी थकावट ਉਹਦੀ ਛਾਂ 'ਚ ਬੈਠ ਕੇ अपनी थकावट उतारनी है और हम्म, अपनी मंजिल की तरफ चलना है। कोई कोई ऐबा ਨਾਲ ਭਰਿਆ, ਨਜਾਸਤ ਗੰਦ ਨਾਲ ਭਰਿਆ ਕਿਸੇ ਨੇ ਆਣਾ ਹੈ, जी ਉਹਨੇ ਇਹਦੇ ਤੋਂ ਇਸ਼ਨਾਨ ਕਰਨਾ ਹੈ ਔਰ ਆਪਣੇ ਆਪ ਨੂੰ ਪਾਕ ਕਰਨਾ ਹੈ ਔਰ ਅੱਗੇ ਚੱਲਦਾ ਬਣਨਾ ਹੈ। हम्म, ਕੋਈ ਬਿਲਕੁਲ ਹੀ ਗੁਨਾਹਾਂ ਨਾਲ ਭਰਿਆ, ਕੋਈ ਬਿਲਕੁਲ ਲੁਥੜਿਆ ਹੋਇਆ, ਜੋ ਦੁਨੀਆ ਦੀ ਪਰੇਸ਼ਾਨੀਆਂ ਤੋਂ ਥੱਕਿਆ ਹੋਇਆ, हम्म, ਸਾਰੇ ਮਾਮਲਾ ਤੋਂ ਮਾਯੂਸ ਬੰਦੇ ਨੇ ਆਣਾ ਹੈ। ਉਹਨੇ ਇੱਥੋਂ ਆਪਣੇ ਆਪ ਨੂੰ ਸੰਵਾਰਨਾ ਹੈ, ਇਹਦੀ ਛਾਂ 'ਚ ਆਰਾਮ ਕਰਨਾ ਹੈ, ਆਪਣੀ ਰੂਹ ਨੂੰ ਤਾਜ਼ਗੀਆਂ ਦੇਣੀਆਂ ਔਰ ਅੱਗੇ ਚੱਲਦਾ ਬਣਨਾ ਹੈ। ਮਗਰ ਇਹਦੇ ਨਾਲ ਨਾਲ ਹੀ ਦਰਿਆ ਨੂੰ ਆਪਣਾ ਕੰਮ ਕਰਤੱਵ ਨਹੀਂ ਭੁੱਲਣਾ ਚਾਹੀਦਾ। ਉਹ ਕੰਮ ਕੀ ਹੈ? ਉਹ ਕੰਮ ਹੈ ਕਿ ਕਿਸੇ ਨੇ ਆਣਾ ਹੈ, ਇਸੇ ਦਰਿਆ ਦੇ ਅੰਦਰ ਉਹਨੇ ਗੰਦ ਪਾਣਾ ਹੈ, ਉਹਨੇ ਇੱਥੇ ਹੀ ਬੋਲ ਕਰ ਦੇਣਾ ਹੈ, ਇੱਥੇ ਹੀ ਜੰਗਲ ਪਾਣੀ ਕਰ ਦੇਣਾ ਹੈ। ਮਗਰ ਦਰਿਆ ਨੇ ਆਪਣੀ ਡਿਊਟੀ ਨਹੀਂ ਭੁੱਲਣੀ, ਉਹਦੇ ਗੰਦ ਨੂੰ ਸਾਫ਼ ਕਰਨ ਵਾਸਤੇ ਪਾਣੀ ਵੀ ਦਰਿਆ ਨੇ ਦੇਣਾ ਹੈ। ਫਕੀਰ ਸਭ ਦਾ ਸਾਂਝਾ ਹੁੰਦਾ ਹੈ ਜੀ। क्या बात है जी, क्योंकि आमतौर ਇਹ पर आमतौर ਮੇਰੀ जी ਫਕੀਰ ਅਲੀ ਰਜ਼ਾ ਦੀ ਇੱਕ ਹੈ ਜੀ ਮੰਨਣਾ ਕਿ ਫਕੀਰ ਬਹਿੰਦਾ ਦਰਿਆ ਹੁੰਦਾ ਹੈ ਜਿਹੜਾ ਸਭ ਵਾਸਤੇ ਸਾਂਝਾ ਹੁੰਦਾ बहुत अच्छा जी, ਵਗਦਾ क्योंकि बहुत सारे लोग ਸਾਈਂ ਜੀ ਇਹ ਸੋਚਦੇ ਫਕੀਰ ਦੇ ਪਾਟੇ ਕੱਪੜੇ ਹੁੰਦੇ ਆ, ਤਨ ਤੇ ਕੁਝ ਨਹੀਂ ਹੁੰਦਾ, ਖਾਣ ਨੂੰ ਕੁਝ ਕੋਲ ਨਹੀਂ ਹੁੰਦਾ, ਤੇ ਪਰ ਬਹੁਤ ਥੋੜੇ ਥਾਵਾਂ ਤੇ ਵਿਆਖਿਆ ਕਦੇ ਸੁਣਨ ਨੂੰ, ਵੇਖਣ ਨੂੰ, ਪੜ੍ਹਨ ਨੂੰ ਮਿਲਦੀ ਹੈ ਜਿਹੜੀ ਆਪ ਜੀ ਨੇ ਦਿੱਤੀ ਹੈ। ਨਹੀਂ ਜੀ, ਅਸਲ 'ਚ ਜੀ ਅਸੀਂ ਫਕੀਰ ਲਫ਼ਜ਼ ਦਾ ਮਤਲਬ ਗਲਤ ਲੈਂਦੇ ਹਾਂ ਜੀ। जी जी ਫਕੀਰ ਤੇ ਗਦਾਗਰ 'ਚ ਫਰਕ ਹੈ। हम्म ਫਕੀਰ ਜਿਹੜਾ ਹੈ ਉਹ ਰੱਬ ਦਾ ਫਕਰ ਹੈ। ਫਕੀਰ ਲਫ਼ਜ਼ ਜਿਹੜਾ ਹੈ ਨਾ ਜੀ, ਕਿਉਂਕਿ ਗੁਰਮੁਖੀ ਦੇ ਅੰਦਰ ਵੀ ਬਹੁਤ ਸਾਰੇ ਜਿਹੜੇ ਅੱਖਰ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਹੈ, ਜਿਹਦੇ ਅੰਦਰ ਫਾਰਸੀ ਦੇ ਵੀ ਕੁਝ ਲਫ਼ਜ਼ ਸ਼ਾਮਿਲ ਨੇ। जी जी ਫਕੀਰ ਜਿਹੜਾ ਕਿਹਾ ਜਾਂਦਾ ਹੈ ਉਹ ਰੱਬ ਦੇ ਬੰਦੇ ਨੂੰ ਕਿਹਾ ਜਾਂਦਾ और रब दे बंदे किया जाता है ਰੱਬ बहुत। ਫਰਮਾਂਦਾ ਹੈ ਜੀ, जी 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 ਰੱਬ ਫਰਮਾਂਦਾ ਹੈ ਕਿ ਫਕਰ ਜਿਹੜਾ ਹੈ ਉਹ ਮੇਰਾ ਫਖਰ ਹੈ। हम्म ਤੇ ਫਕੀਰ ਜਿਹਦੀਆਂ ਦੁਆਵਾਂ ਨਾਲ ਦੁਨੀਆ ਅਰਸ਼ਾਂ ਨੂੰ ਜਾ ਕੇ ਦੁਨੀਆ ਆਸਮਾਨਾਂ ਨੂੰ ਛੂੰਹਦੀ ਹੈ, ਫਕੀਰ ਜਿਹਦੀਆਂ ਦੁਆਵਾਂ ਦੇ ਨਾਲ ਇੱਕ ਨਾਕਾਮ ਇਨਸਾਨ ਕਾਮਯਾਬੀਆਂ ਵੱਲ ਜਾਂਦਾ ਹੈ, ਫਕੀਰ ਜਿਹਦੀ ਦੁਆ ਦੇ ਨਾਲ ਹਰ ਨਾਕਾਮ ਇਨਸਾਨ ਕਾਮਯਾਬੀਆਂ ਦੇ ਰਸਤੇ 'ਚ ਚੱਲਣਾ ਸ਼ੁਰੂ ਕਰਦਾ ਹੈ, ਫਕੀਰ ਜਿਹਦੀਆਂ ਦੁਆਵਾਂ ਦੇ ਨਾਲ ਮੰਨਿਆ ਜਾਂਦਾ ਹੈ ਕਿ ਜੋ ਨਸੀਬਾਂ 'ਚ ਵੀ ਨਹੀਂ ਹੁੰਦਾ ਉਹ ਅਤਾ ਕੀਤਾ ਜਾਂਦਾ ਹੈ। ਤੇ ਕੀ ਫਕੀਰ ਆਪਣੇ ਵਾਸਤੇ ਖੁਦ ਦੁਆ ਨਹੀਂ ਕਰ ਸਕਦਾ? जी जी ਇਹ बिल्कुल जी ਕਨਸੈਪਟ ਬਹੁਤ ਗਲਤ ਹੈ ਕਿ ਫਕੀਰ ਗਰੀਬ ਹੁੰਦਾ ਹੈ। ਹਾਂ, ਫਕੀਰ ਗਰੀਬ ਹੁੰਦਾ ਹੈ। ਫਕੀਰ ਦਾ ਝੋਲਾ ਜਿਹੜਾ ਹੈ ਉਹ ਖਾਲੀ ਹੁੰਦਾ ਹੈ ਹਸਦ ਤੋਂ, ਬੁਗਜ਼ ਤੋਂ, ਮੁਨਾਫਕਤ ਤੋਂ, ਝੂਠ ਤੋਂ। ਫਕੀਰ ਦੇ ਕਾਸੇ 'ਚ ਇਹਨਾਂ ਚੀਜ਼ਾਂ ਦੀ ਬੜੀ ਕਮੀ ਹੁੰਦੀ ਹੈ ਔਰ ਉਹ ਇਹਨਾਂ ਚੀਜ਼ਾਂ ਦੀ ਖੁਆਇਸ਼ ਵੀ ਨਹੀਂ ਕਰਦਾ, ਕਿਉਂਕਿ ਫਕੀਰ ਦੇ ਮਨ 'ਚ ਬਹਿ ਕੇ ਜਦੋਂ ਰੱਬ ਆਪਣੀ ਹੂਕ ਲਗਾਉਂਦਾ ਹੈ ਤੇ ਉਦੋਂ ਫਿਰ ਕੋਈ ਵੀ ਮਾਮਲਾ ਪਿੱਛੇ ਨਹੀਂ ਛੱਡਦਾ। ਰੱਬ ਆਪਣੇ ਫਕੀਰ ਨੂੰ ਹਰ ਮੁਕਾਮ, ਹਰ ਜਗ੍ਹਾ, ਹਰ ਨਜ਼ਰ ਤੋਂ ਗੁਜ਼ਾਰਦਾ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ। ਜੀ ਫਕੀਰ ਦੀ ਰੱਬ ਸੁਣਦਾ ਹੈ ਔਰ ਫਕੀਰ ਨਾਲ ਕਹਿੰਦੇ ਰੱਬ ਗੱਲਾਂ ਕਰਦਾ ਹੈ। ਔਰ ਆਪਾਂ ਗੱਲਾਂ ਦੇ ਵਿੱਚ ਜਿਹੜਾ ਸਮਾਂ ਆ ਉਹ ਬਹੁਤ ਲੰਘਦਾ ਜਾਂਦਾ ਹੈ। ਜਿਹੜਾ 1 ਮਾਘ ਨੂੰ ਪ੍ਰੋਗਰਾਮ ਲਿਖੇ ਗਏ ਨੇ ਸਾਈਂ ਮੀਆਂ ਮੀਰ ਜੀ ਦਰਬਾਰ ਲਾਹੌਰ ਦੇ ਵਿੱਚ, ਅਸੀਂ ਚਾਹੁੰਦੇ ਥੋੜ੍ਹਾ ਜਿਹਾ ਉਹਦਾ ਵੀ ਵਰਣਨ ਆਪਾਂ ਸਾਂਝਾ ਕਰੀਏ ਸਾਡੇ ਵੇਖਣ ਸੁਣਨ ਵਾਲਿਆਂ ਦਾ। ਜੀ ਆਪ ਜੀ ਨੂੰ ਮੈਂ ਸਭ ਤੋਂ ਪਹਿਲੇ ਇਹ ਚੀਜ਼ਾਂ ਦੱਸਣਾ ਚਾਹਾਂਗਾ ਕਿ ਫਕੀਰ ਹਮੇਸ਼ਾ ਤੋਂ ਜਦੋਂ ਦੀ ਮੈਨੂੰ ਜ਼ਿੰਮੇਦਾਰੀਆਂ ਮਿਲੀਆਂ ਨੇ ਦਰਬਾਰ ਸਾਈਂ ਮੀਆਂ ਮੀਰ ਸਾਹਿਬ ਦੀਆਂ, ਜੀ ਰੱਬ ਦੀ ਮਿਹਰ ਨਾਲ ਮੇਰੇ ਸਾਈਂ ਜਿਹੜੇ ਨੇ ਉਹ ਜ਼ਿੰਦਾ ਸਲਾਮਤ ਨੇ, ਮੇਰੇ ਸਿਰ ਤੇ ਕਾਇਮ ਨੇ, ਮਗਰ ਉਹ ਆਪ ਬੜੇ ਦਿਨ ਹੋ ਚੁੱਕੇ ਨੇ ਕਿ ਆਪ ਡਿਊਟੀਜ਼ ਜਿਹੜੀਆਂ ਨੇ ਇੰਨਾ ਟਾਈਮ ਜਿਹੜਾ ਹੈ ਨਹੀਂ ਦੇ ਸਕਦੇ, ਜੀ ਮਗਰ ਫਿਰ ਵੀ ਆਪ ਦੇ ਦਰਵਾਜ਼ੇ ਹਰ ਵੇਲੇ ਖੁੱਲੇ ਨੇ। ਤੇ ਫਕੀਰ ਨੂੰ ਜਦੋਂ ਦਾ ਇਹ ਜ਼ਿੰਮੇਦਾਰੀਆਂ ਮਿਲੀਆਂ ਨੇ ਜੀ ਤੇ ਮੈਂ ਪਿਛਲੇ ਸਾਲ ਬਹੁਤ ਵੱਡੇ ਪੈਮਾਨੇ 'ਚ
ਸ਼੍ਰੀ ਕਰਤਾਰਪੁਰ ਸਾਹਿਬ 'ਚ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ। ਜੀ ਨੀਂਹ ਪੱਥਰ ਦਿਵਸ ਮਨਾਇਆ, ਉਹ ਦਿਵਸ ਜਿਹੜਾ ਸੰਗਤ ਵੇਖਣ ਤੋਂ ਬਾਅਦ ਸਮਝਦੀ ਸੀ ਕਿ ਸ਼ਾਇਦ ਇਹ ਦਿਵਸ ਜਿਹੜਾ ਹੈ 70 ਸਾਲ ਜਾਂ 75 ਸਾਲ ਤੋਂ ਬਾਅਦ ਮਨਾਇਆ ਗਿਆ। ਤੇ ਜੀ ਜਦੋਂ ਫ਼ਕੀਰ ਦੀ ਬਚਨ ਕਰਨ ਦੀ ਵਾਰੀ ਆਈ ਤੇ ਮੈਂ ਸਾਰਿਆਂ ਨੂੰ ਦੱਸਿਆ ਕਿ ਇਹ ਕੋਈ 70-75 ਸਾਲ ਨਹੀਂ, 332 ਸਾਲਾਂ ਬਾਅਦ ਇਹ ਦਿਵਸ ਮਨਾਇਆ ਗਿਆ ਹੈ। ਉਹ ਅੱਛਾ ਕਿਉਂਕਿ ਕਿਉਂਕਿ ਇਸ ਦੇ ਕਈ ਵਿਦਵਾਨ ਜਿਹੜੇ ਸਨ, ਹੂੰ ਹੂੰ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਰਹੇ। ਉਹਨਾਂ ਨੇ ਕਦੀ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ, ਹਾਲਾਂਕਿ ਹਰ ਕੋਈ ਆਪਣੇ ਆਪਣੇ ਸਥਾਨ ਦੀ, ਆਪਣੀ ਆਪਣੀ ਜਗ੍ਹਾਵਾਂ ਦੀ, ਆਪਣੇ 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 ਮੰਜ਼ਿਲਾਂ ਦਾ ਜਨਾਬ ਨੀਂਹ ਪੱਥਰ ਦਿਵਸ ਮਨਾਉਂਦੇ ਰਹੇ, ਜੀ ਫਾਊਂਡੇਸ਼ਨ ਸਟੋਨ ਮਨਾਉਂਦੇ ਰਹੇ, ਤਖਤੀਆਂ ਲਾਉਂਦੇ ਰਹੇ ਜੀ, ਫਾਊਂਡੇਸ਼ਨ ਸਟੋਨ ਲੇਡ ਬਾय ਫਲਾ ਫਲਾ। ਜੀ ਮਗਰ ਕਿਸੇ ਨੇ ਵੀ ਉਹ ਉਸ ਜਗ੍ਹਾ ਦਾ, ਉਸ ਮੁਕਾਮ ਦਾ, ਉਸ ਰੱਬ ਦੇ ਘਰ ਦਾ ਨੀਂਹ ਹੂੰ ਪੱਥਰ ਦਿਵਸ ਮਨਾਉਣ ਦਾ ਸੋਚਿਆ ਹੀ ਨਹੀਂ। ਹੂੰ ਹੂੰ ਜਿਹਦਾ ਨੀਂਹ ਪੱਥਰ ਮਨਾਉਣ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਣਥੱਕ ਮਿਹਨਤਾਂ, ਕੋਸ਼ਿਸ਼ਾਂ ਹੂੰ ਕੀਤੀਆਂ। ਜਿਹੜਾ ਆ ਕੇ ਮੇਰੇ ਸਾਈਂ ਮੀਆਂ ਮੀਰ ਜੀ ਨੇ ਬਹੁਤ ਪਿਆਰ ਮੁਹੱਬਤ ਦੇ ਨਾਲ ਰੱਖਿਆ। ਇਹ ਸਾਂਝੀਵਾਲਤਾ ਦਾ ਉਹ ਪੈਗਾਮ ਸੀ, ਇਹ ਮੁਹੱਬਤ ਤੇ ਪਿਆਰ ਦਾ ਉਹ ਜਜ਼ਬਾ ਸੀ ਜਿਹੜਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ। ਮਗਰ ਪਤਾ ਨਹੀਂ ਕਿਉਂ ਅੱਜ ਅਸੀਂ ਹਰ ਛੋਟੀ ਵੱਡੀ ਖੁਸ਼ੀ ਤੇ ਮਨਾਉਂਦੇ ਜਾਂਦੇ ਹਾਂ, ਮਗਰ ਉਹ ਖੁਸ਼ੀ ਜਿਹਦਾ ਇੰਤਜ਼ਾਰ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ, ਜੀ ਜਿਹੜੀ ਸਾਈਂ ਮੀਆਂ ਮੀਰ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੌਰ 'ਚ ਪੂਰੀ ਹੋਈ, ਉਹ ਖੁਸ਼ੀ ਸੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ। ਔਰ ਅੱਜ ਕੌਮ ਉਹਨੂੰ ਹੀ ਭੁੱਲੀ ਬੈਠੀ ਹੈ। ਮੈਂ ਜੀ ਪਲੀਜ਼। ਜੀ ਸਾਈਂ ਜੀ, ਕੈਨੇਡਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਨਕੋਦਰਾ ਸਾਹਿਬ ਵਿਖੇ 14 ਜਨਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 16 ਨੂੰ ਭੋਗ ਪਾਏ ਜਾਣਗੇ, ਜਿੱਥੇ ਸਾਈਂ ਜੀਆਂ ਦਾ ਧੰਨਵਾਦ ਕੀਤਾ ਜਾਣਾ ਕਿ ਉਹਨਾਂ ਨੇ ਬੜਾ ਵੱਡਾ ਉਪਕਾਰ ਕੀਤਾ, ਬੜੀ ਕਿਰਪਾ ਕੀਤੀ ਹੈ ਕਿ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਉਹਨਾਂ ਨੇ ਆਪਣੇ ਸ਼ੁਭ ਹੱਥਾਂ ਦੇ ਨਾਲ ਰੱਖਿਆ। ਉੱਥੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਕਿ ਉਹਨਾਂ ਨੇ ਐਡੀ ਮਹਾਨ ਸ਼ਖਸੀਅਤ ਨੂੰ ਚੁਣਿਆ ਕਿ ਵੀ ਜਿਹੜਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਜਿੱਥੋਂ ਜਾਣਾ ਆ, ਉਹਦਾ ਫਾਊਂਡੇਸ਼ਨ ਸਟੋਨ ਜਾਂ ਫਿਰ ਨੀਂਹ ਪੱਥਰ ਹੈ ਜਿਹੜਾ, ਉਹ ਸਾਈਂ ਮੀਆਂ ਮੀਰ ਜੀ ਤੋਂ ਰਖਵਾਇਆ ਜਾਵੇ। ਜੀ ਇਸ ਤੋਂ ਵੱਡੀ ਇੰਟਰਫੇਥ ਹਾਰਮਨੀ ਦੀ, ਇਸ ਤੋਂ ਵੱਡੀ ਪੀਸ ਦੀ ਹੋਰ ਕੋਈ ਬਾਤ ਹੋ ਹੀ ਨਹੀਂ ਸਕਦੀ। ਮੈਂ ਸ਼ੁਕਰਗੁਜ਼ਾਰ ਹਾਂ ਕੈਨੇਡਾ ਦੀ ਸੰਗਤਾਂ ਦਾ, ਜਿਨ੍ਹਾਂ ਨੇ ਸਿੰਘ ਸਭਾ ਗੁਰਦੁਆਰਾ ਮਾਲਟਨ ਦੇ ਅੰਦਰ ਆਪ ਜੀ ਦੀ, ਸਰਦਾਰ ਅਮਰਜੀਤ ਸਿੰਘ ਜੀ ਸੰਘਾ ਦੀ ਬੇਸ਼ੁਮਾਰ ਕੋਸ਼ਿਸ਼ਾਂ ਦੇ ਨਾਲ ਇਹ ਦਿਨ ਮਨਾਇਆ ਜਾ ਰਿਹਾ ਹੈ। ਕਿ ਇਸ ਦਿਨ ਨੂੰ ਉੱਥੇ ਪਿਛਲੇ ਸਾਲ ਵੀ ਬਹੁਤ ਵੱਡੇ ਪੈਮਾਨੇ 'ਚ ਕੀਤਾ ਗਿਆ ਸੀ, ਜਿਹਦੇ ਅੰਦਰ ਪਾਰਲੀਮੈਂਟ ਦੇ ਕਾਫੀ ਮੈਂਬਰਸ ਵੀ ਤਸ਼ਰੀਫ ਲਿਆਏ, ਔਰ ਇੱਕ ਸ਼ਦੀਦ ਸਟੋਰਮ ਵੀ ਸੀ, ਠੰਡ ਦੇ ਬਹੁਤ ਸਾਰੇ ਮਾਮਲਾਤ ਸਨ, ਤੇ ਉਹਦੇ ਬਾਵਜੂਦ ਵੀ ਸੰਗਤ ਵੀ ਤਸ਼ਰੀਫ ਲਿਆਈ। ਉੱਥੇ ਭੋਗ ਵੀ ਰੱਖਿਆ ਗਿਆ ਜੀ ਅਖੰਡ ਪਾਠ ਸਾਹਿਬ ਦਾ, ਔਰ ਲੰਗਰ ਵੀ ਕਰਵਾਇਆ ਗਿਆ, ਔਰ ਇਸ ਸਾਲ ਵੀ ਉਹ ਪੂਰੇ ਮਾਮਲਾਤ ਦੀ ਤਰ੍ਹਾਂ ਹੋ ਰਿਹਾ ਹੈ। ਇਹਦੇ ਨਾਲ ਨਾਲ ਜੀ ਫਕੀਰ ਦੀ ਆਵਾਜ਼ ਦੇ ਅੰਦਰ ਜਿਹੜਾ ਹੈ ਸਰਦਾਰ ਸੁਰਿੰਦਰ ਸਿੰਘ ਜੀ ਮਿੱਠੇ ਟਵਾਨੇ ਵਾਲੇ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਆਪ ਜੀ ਦਾ ਸਥਾਨ ਹੈ ਜੀ, ਗੁਰਕਾਰ ਹੈ ਜੀ ਆਪ ਦਾ, ਜੀ ਉੱਥੇ ਵੀ ਇਹਨੂੰ ਮਨਾਇਆ ਜਾ ਰਿਹਾ ਹੈ। ਬਟਾਲਾ ਦੇ ਅੰਦਰ ਵੀ ਮਨਾਇਆ ਜਾ ਰਿਹਾ ਹੈ ਜੀ। ਔਰ ਅੱਜ ਜੀ ਅੱਜ ਜੀ 5 ਜਨਵਰੀ ਨੂੰ ਜੀ ਐਕਸਪੈਕਟਡ ਸੀ ਜੀ ਇੱਕ ਸਟੇਟਮੈਂਟ ਆਣੀ ਪਾਕਿਸਤਾਨ ਐਸਜੀਪੀਸੀ ਤੇ ਯੂਐਸਏ ਐਸਜੀਪੀਸੀ ਵੱਲੋਂ ਜੀ, ਜੀ ਕਿ ਉਹ ਵੀ ਇਸ ਇਵੈਂਟ ਨੂੰ ਜਿਹੜਾ ਹੈ ਹਰ ਸਾਲ ਮਨਾਇਆ ਕਰਨਗੇ, ਔਰ ਇਸ ਇਵੈਂਟ ਨੂੰ ਜਿਹੜਾ ਹੈ ਅੱਛੇ ਤਰੀਕੇ ਨਾਲ ਲੈ ਕੇ ਚੱਲਣਗੇ। ਹੋਪਫੁਲੀ ਜੀ ਹਾਲੇ ਤੱਕ ਕਿਉਂਕਿ ਮੇਰੀ ਮਸਰੂਫੀਅਤ ਇਸ ਤਰ੍ਹਾਂ ਹੀ ਰਹੀ ਕਿ ਮੈਂ ਸੰਗਤ ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਜਾਣ ਦੀ ਕੋਸ਼ਿਸ਼ ਕੀਤੀ, ਮੈਂ ਸੰਗਤ ਦੇ ਕੋਲ ਆਪਣਾ ਪੈਗਾਮ ਪਹੁੰਚਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ। ਇਨਸ਼ਾਅੱਲਾ ਜੀ ਮੈਂ ਹਲੇ ਫਾਈਂਡ ਆਊਟ ਕਰਾਂਗਾ ਜੀ ਕਿ ਉਹ ਸਟੇਟਮੈਂਟ ਉਹਨਾਂ ਦੀ ਆਈ ਜਾਂ ਨਹੀਂ ਆਈ। ਬਾਕੀ ਜੀ ਫਕੀਰ ਕਿਸੇ ਵੀ ਜਿਹੜੀ ਹੈ ਨਾ ਜੀ ਕੈਦਾ ਦਾ ਮੁਹਤਾਜ ਨਹੀਂ ਹੈ। ਜੀ ਫਕੀਰ ਦੀ ਤੇ ਆਵਾਜ਼ ਹੈ ਸਮੂਹ ਪੰਥ ਨੂੰ ਕਿ ਆਪ ਸਭ ਇਸ ਦਿਨ ਦੀ ਖੁਸ਼ੀਆਂ ਆਪਣੇ ਆਪਣੇ ਘਰਾਂ ਦੇ ਅੰਦਰ ਮਨਾਓ, ਆਪਣੇ ਆਪਣੇ ਗੁਰੂ ਘਰ ਦੇ ਅੰਦਰ ਮਨਾਓ, ਆਪਣੀ ਆਪਣੀ ਬੱਚਿਆਂ ਦੇ ਨਾਲ ਮਨਾਓ। ਆਪਣੇ ਬੱਚਿਆਂ ਨੂੰ ਦੱਸੋ ਸਾਈਂ ਜੀ ਦਾ ਕੀ ਮੁਕਾਮ ਸੀ, ਸਾਈਂ ਜੀ ਨੇ ਕਿਸ ਅੰਦਾਜ਼ ਨਾਲ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਇਹ ਸਾਰੀਆਂ ਸੇਵਾਵਾਂ ਕੀਤੀਆਂ। ਤੇ ਇਹਦੇ ਨਾਲ ਨਾਲ ਹੀ ਜੀ ਉਹ ਦਰਬਾਰ ਸਾਈਂ ਮੀਆਂ ਮੀਰ ਸਾਹਿਬ 'ਚ ਵੀ ਇਸ ਦਿਨ ਨੂੰ ਮਨਾਇਆ ਜਾਏਗਾ। ਜੀ ਹਾਲੇ ਤੱਕ ਤੇ ਮੇਰੀ ਇਹ ਹੈ ਜੀ ਕੋਸ਼ਿਸ਼ ਕਿ ਮੈਂ ਯਕਮ ਮਾਘ ਨੂੰ, ਕਿਉਂਕਿ ਇਸ ਦਫਾ
ਬਾਹਰੋਂ ਤੋਂ ਸੰਗਤ ਪਾਕਿਸਤਾਨ 'ਚ ਕੋਈ ਨਹੀਂ ਆ ਪਾ ਰਹੀ, ਜੀ ਮਗਰ ਫਿਰ ਵੀ ਫ਼ਕੀਰ ਜਿਹੜਾ ਹੈ ਆਪਣੀ ਸੰਗਤ ਦੇ ਨਾਲ ਗੁਰਦੁਆਰਾ ਡੇਰਾ ਸਾਹਿਬ ਲਾਜ਼ਮੀ ਜਾਏਗਾ। ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਜ਼ੂਰ ਆਪਣਾ ਪਿਆਰ ਪੇਸ਼ ਕਰੇਗਾ ਤੇ ਉੱਥੇ ਜੀ ਉਹ ਸੰਗਤ ਨੂੰ ਲਾਜ਼ਮੀ ਰਿਕੁਐਸਟ ਕਰੇਗਾ ਕਿ ਮੇਰੇ ਨਾਲ ਕੋਈ ਨਾ ਕੋਈ ਤੇ ਟੁਰੇ, ਜਿਹੜਾ ਜੀ ਹਰਿਮੰਦਰ ਸਾਹਿਬ ਦੀ ਸਥਾਪਨਾ ਦਿਵਸ ਦੇ ਮੌਕੇ 'ਚ ਮੇਰੇ ਨਾਲ ਚੱਲ ਕੇ ਦਰਬਾਰ ਸਾਹਿਬ ਮੀਆਂ ਮੀਰ ਇੱਕ ਚਾਦਰ ਹੀ ਭੇਂਟ ਕਰ ਆਏ ਔਰ ਆਪਣਾ ਪਿਆਰ ਕਰ ਆਏ। ਤੇ ਇਨਸ਼ਾਅੱਲਾ ਜੀ ਦੋਵੇਂ ਥਾਂ ਅਰਦਾਸ ਹੋਏਗੀ। ਅਨਫੋਰਚੂਨੇਟਲੀ ਜੀ ਸੰਗਤ ਜਿਹੜੀ ਹੈ ਉਹ ਬਾਹਰੋਂ ਨਹੀਂ ਆ ਸਕਦੀ, ਕੋਵਿਡ ਮਗਰ ਫਿਰ 19 ਦੀ ਵੀ ਵਜ੍ਹਾ ਜੋ ਜੀ ਵੀ ਹੋਣਗੇ कोविड-19 ਦੀ वजह ਤੋਂ ਜੀ, मगर जो ਜੀ भी गुरु के साजे नवाजे सिख होंगे मेरे नाल लाज़मी जुड़ेंगे। ਜੀ ਦੱਸ ਦਈਏ ਗੁਰਦੁਆਰਾ ਡੇਰਾ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਹੀਦੀ ਪ੍ਰਾਪਤ ਕੀਤੀ, ਆਪਣਾ ਚੋਲਾ ਛੱਡਿਆ। ਉਸ ਜਗ੍ਹਾ ਦੀ ਸਾਈਂ ਜੀ ਗੱਲ ਕਰ ਰਹੇ ਨੇ, ਲਾਹੌਰ ਸ਼ਹਿਰ ਦੇ ਵਿੱਚ ਹੈ। ਔਰ ਇੱਥੇ ਕੈਨੇਡਾ ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਲਿਖੇ ਗਏ ਨੇ। 14 ਜਨਵਰੀ ਨੂੰ ਆਰੰਭ ਔਰ 16 ਜਨਵਰੀ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਔਰ ਸਾਈਂ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਆਪ ਜੀ ਨੇ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਔਰ ਫਕੀਰਾਂ ਦੇ ਬਾਰੇ ਦੇ ਵਿੱਚ ਅੱਜ ਜੋ ਵਡਮੁੱਲੀ ਸਾਨੂੰ ਜਾਣਕਾਰੀ ਦਿੱਤੀ ਹੈ, ਉਹਦੇ ਲਈ ਜਿੰਨਾ ਵੀ ਤੁਹਾਡਾ ਧੰਨਵਾਦ ਕਰੀਏ ਉਹਨਾਂ ਥੋੜ੍ਹਾ ਹੈ। जी, मैं भी आप जी का बहुत-बहुत शुक्रिया अदा करना हाँ कि आप जी ने अपने इस कीमती प्रोग्राम ਦਾ ਵਕਤ ਜਿਹੜਾ ਸੀ ਅੱਜ ਰੱਬ ਦੀ ਖਾਤਰ, ਅੱਜ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਜੀ ਮਹਾਰਾਜ ਦੀ ਖਾਤਰ, ਅੱਜ ਸਾਈਂ ਮੀਆਂ ਮੀਰ ਜੀ ਦੀ ਖਾਤਰ ਤੁਸੀਂ ਇਹ ਵਕਤ ਜਿਹੜਾ ਹੈ ਉਹਨਾਂ ਦੇ ਨਾਮ ਲਗਾਇਆ। ਰੱਬ ਆਪ ਜੀ ਦੇ ਇਸ ਪ੍ਰੋਗਰਾਮ ਨੂੰ ਵੀ ਕਾਮਯਾਬ ਰੱਖੇ ਔਰ ਆਪ ਜੀ ਦਾ ਨਾਮ ਰਹਿਤੀ ਦੁਨੀਆ ਤੇ ਫਿਰ ਕਾਇਮ ਰੱਖੇ। ਔਰ ਸਾਈਂ ਜੀ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ ਔਰ ਆਪ ਜੀ ਨੂੰ 20ਵੇਂ ਸਾਈਂ ਮੀਆਂ ਮੀਰ ਜੀ ਜਾਣ ਕੇ ਨਮਨ ਕਰਦੇ ਹਾਂ ਜੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਜੀ।